सतनाम वाहिगुरु साहिब जी। जो हमारी बिद होती मेरे सतगुरा, साबिद तुम हर जानो आपे। हम रोलते फिरते कोई बात न पूछता, गुर सत गुर संग कीरे हम थापे। तन तन गुरु नानक जन केरा, जित मिले चूकै सब सोग संतापे। वाहिगुरु जी का खालसा, वाहिगुरु जी की फतेह। परम सत्कारयोग गुरु सवारी साध संगत जी, आप जी बड़े भागां वाले हो जो श्रीमान संत बाबा गुरबख्श सिंह साहब जी धार्मिक संगीत अकैडमी सतगुरां दे दरबार अंदर शाम दे समय हाजरी भर के महापुरखां दे जीवन की जो कथा है सरवण कर रहे हो। आप जी ने पहला प्रसंग सरवण किया, संत बाबा गुरबख्श सिंह साहब जी जदों जैतो का मोर्चा लगा है, उस वेले घड़ियाल पिंड जलंधर सन। इथों मन विच विचार बनिया है चलण दा कि मोर्चे विच अपना जथा नाल लैके जाइए। जदों कि पहला जथा गया है, उस जथे दे उत्ते गोलियां चलाइयां अंग्रेजी सरकार ने, विच कुछ सिंह शहीद होए ते बाकी दे उन्हां गिरफ्तार कर लए। सिख पंथ दे उस वेले ये बड़ा मुश्किल भरिया समा सीगा। ਸਿੰਘਾਂ ने अपना सिदक नहीं हारिया, दूजा जथा फिर गया, उन्होंने उन्होंने गिरफ्तार कर लिया। तीजा जथा फिर गया, उन्होंने भी गिरफ्तार कर लिया। इदा जथे पहुँचते रहे। हुण 13 जथे चले गए, 13वां भी उन्हें गिरफ्तार कर लिया। तो इधरों संत बाबा गुरबख्श सिंह साहब जी ने 14वें जथे में जाण की तैयारी की है। उधरों जिहड़े सूहे आ उन्होंने पता लग गया, उन्होंने सरकार नूं खबर दे दी है तो संत बाबा गुरबख्श सिंह जी के वारंट जारी कर दिते गिरफ्तारी दे। इधरों महापुरखों नूं इस गल का पता लग गया तो महापुरखों ने इथों लाहौर जाना कीता है। सो महापुरख चले गए लाहौर ते जान लगिया दस गए संगतां नूं भी इन्ने क समय नूं तुसीं अमृतसर साहिब आ जिओ, क्योंकि सरकारी बंदे ने दसता, महापुरखों का सेवक सी कोई विच, उन्हें दसिया भी महापुरखो तुहानूं इन्हां इत्थों ही गिरफ्तार कर लेना जी, जे तुसां जथा लैके जाना है तो इत्थों अगे पिछे हो जाओ पहला। हुण महापुरख लाहौर चले गए। लाहौर जाके कुछ दिन महापुरखों ने उत्थे बतीत कीते ने। उत्थे महापुरखों का एक प्रेमी जज सीगा हरनाम दास। हरनाम दास के घर महापुरख कुछ दिन रहे गुप्त। फिर जो 14वां जथा तैयारी हुई, 400 सिंघां का जथा तैयार होया, जिहदा वड्डा जथेदार है सरदार दर्शन सिंह फेरूमान वाले। शहीद दर्शन सिंह जी फेरूमान वाले वो जथे दे
ਵੱਡੇ ਜਥੇਦਾਰ ਸਨ ਤੇ ਛੋਟਾ ਜਥੇਦਾਰ ਜਿਹੜਾ ਹੈ ਮੀਤ ਜਥੇਦਾਰ ਉਹ ਸੀ ਦੁਆਬੇ ਦਾ ਸਰਦਾਰ ਨਰਿੰਦਰ ਸਿੰਘ। ਇਹਦਾ ਪਿੰਡ ਕੰਦੋਲਾ ਹੈ, ਇਹ ਜਲੰਧਰ ਹੀ ਹੈ, ਲਾਗੇ ਹੀ ਹੈ ਉੱਥੇ ਜਿੱਥੋਂ ਮਹਾਂਪੁਰਖ ਆਏ ਘੜਿਆਲ ਤੋਂ, ਉਧਰ ਹੀ ਹੈ ਕੰਦੋਲਾ, ਉੱਥੋਂ ਦਾ ਸੀਗਾ ਇਹ ਜਥੇਦਾਰ ਮੀਤ ਉੱਥੋਂ ਦਾ ਹੈ। ਹੁਣ ਉਹ ਦੁਆਬੇ ਵਾਲੇ ਵੀ ਰਲ ਗਏ ਕਿਉਂਕਿ ਮੀਤ ਜਥੇਦਾਰ ਉੱਥੋਂ ਦਾ ਹੈ ਤੇ ਵੱਡਾ ਜਥੇਦਾਰ ਜਿਹੜਾ ਉਹ ਫੇਰੂਮਾਨ ਦਾ ਹੀ ਰਈਏ ਲਾਗੇ ਦਾ। ਹੁਣ ਇਧਰ ਆਪਣੇ ਇਲਾਕੇ ਦੇ ਵੀ ਸਿੰਘ ਵਿੱਚ ਨਾ, ਆਪਣੇ ਨਗਰ ਦੇ ਵੀ ਆ, ਹੋਰ ਲਾਗੇ ਲਾਗੇ ਪਿੰਡਾਂ ਦੇ ਵੀ ਆ। ਅੰਮ੍ਰਿਤਸਰ ਸਾਹਿਬ ਇਹ 400 ਸਿੰਘਾਂ ਦਾ 14ਵਾਂ ਜਥਾ ਜਿਹੜਾ ਇਹ ਤਿਆਰ ਹੋਇਆ। 500 ਜਥੇ ਜਾਂਦੇ ਸੀ ਨਾ, ਇਹ 400 ਸਿੰਘ ਤਿਆਰ ਹੋ ਗਿਆ। ਇਹਦਾ ਸਾਰੇ ਜਾਣੇ ਜਦੋਂ ਆ ਗਏ, ਇਹਨਾਂ ਨੇ ਵੀ ਜਦੋਂ ਇਧਰ ਨੂੰ ਤਿਆਰੀ ਕੀਤੀ, ਅਜੇ 1 ਮੀਲ ਪਛਾਂ ਸੀ ਜੈਤੋ ਤੋਂ, ਇਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰ ਕਰਕੇ ਨਾਭੇ ਜੇਲ੍ਹ ਦੇ ਵਿੱਚ ਜਿੱਥੇ ਘੋੜਿਆਂ ਦਾ ਤਬੇਲਾ ਸੀ ਨਾ, ਉੱਥੇ ਲਿਜਾ ਕੇ ਬੰਦ ਕਰ ਦਿੱਤਾ ਗਿਆ। ਮਹਾਂਪੁਰਖਾਂ ਨੇ ਉੱਥੇ ਕਹਿ ਦਿੱਤਾ ਵੀ ਅੱਜ ਤੋਂ ਅਗਾਂਹ ਇੱਥੇ ਰਹਿੰਦੇ ਆ, ਜਿੰਨਾ ਚਿਰ ਆਪਾਂ ਇੱਥੇ ਰਹਿੰਦੇ ਆ ਕਿਸੇ ਨੇ ਵਾਧੂ ਗੱਲ ਨਹੀਂ ਕਰਨੀ ਸਾਡੇ ਨਾਲ, ਗੱਲਾਂ ਬਾਤਾਂ ਵਿੱਚ ਟਾਈਮ ਨਹੀਂ ਗੁਜ਼ਾਰਨਾ, ਕੇਵਲ ਇੱਥੇ ਬੰਦਗੀ ਕਰਨੀ ਹੈ ਰਹਿ ਕੇ। ਮਹਾਂਪੁਰਖਾਂ ਨੂੰ ਜਿਹੜਾ ਕਮਰਾ ਸੀ ਨਾ ਜਿੱਥੇ ਘੋੜਿਆਂ ਦੇ ਪੱਠੇ ਖਾਣ ਵਾਸਤੇ ਖੁਰਲ ਸੀ ਉੱਚਾ ਸਾਰਾ, ਉਸ ਅੰਦਰ ਕਹਿ ਦਿੱਤਾ ਵੀ ਤੁਸੀਂ ਉਸ ਅੰਦਰ ਰਹੋ। ਮਹਾਂਪੁਰਖਾਂ ਨੇ ਅੰਦਰ ਮਿੱਟੀ ਪਵਾ ਕੇ ਨਾ ਉਹ ਥੋੜਾ ਸਾਫ਼ ਕਰ ਲਿਆ, ਉੱਥੇ ਬਹਿ ਕਰਕੇ ਬੰਦਗੀ ਕਰਦੇ ਰਹਿਣਾ। ਇੱਕ ਦਿਨ ਸੱਪ ਵੀ ਝੋਲੀ ਥਾਣੀ ਅੱਗਿਓਂ ਦੀ ਲੰਘ ਗਿਆ ਲੱਤਾਂ ਉੱਤੋਂ ਦੀ, ਤੇ ਬੰਦਗੀ ਕਰਦਿਆਂ ਨੂੰ ਮਗਰੋਂ ਪਤਾ ਲੱਗਿਆ ਜਦੋਂ ਲੰਘ ਗਿਆ ਉੱਪਰ ਦੀ, ਸੋ ਨਹੀਂ ਡੋਲੇ। ਇੱਦਾਂ ਕੁਝ ਸਮਾਂ ਲੰਘਿਆ, 15ਵਾਂ ਜਥਾ ਵੀ ਆ ਗਿਆ, ਉਹ ਵੀ ਰਾਹ ਵਿੱਚ ਹੀ ਗ੍ਰਿਫਤਾਰ ਕਰ ਲਿਆ ਗਿਆ। ਪਰ ਇੱਦਾਂ ਸਰਕਾਰ ਦੇ, ਅੰਗਰੇਜ਼ ਦੀ ਸਰਕਾਰ ਤੇ ਦਬਾਅ ਪਿਆ ਤੇ ਉਹਨੇ ਮੰਗਾਂ ਮੰਨ ਲਈਆਂ ਤੇ ਉਹ ਮੋਰਚਾ ਫਤਿਹ ਹੋ ਗਿਆ। ਜਦੋਂ ਮੋਰਚਾ ਫਤਿਹ ਹੋ ਗਿਆ ਨਾ, ਉਸ ਵੇਲੇ ਸਾਰੇ ਜਾਣੇ ਜਿੰਨੇ ਜਥੇ ਸੀ ਨਾ ਜਿਹੜੇ ਬੰਦ ਕੀਤੇ, ਉਹ ਸਾਰਿਆਂ ਨੂੰ ਛੱਡ ਦਿੱਤਾ ਗਿਆ। ਸਭ ਨੂੰ ਛੱਡ ਕੇ ਜੇਲ੍ਹਾਂ ਦੇ ਵਿੱਚੋਂ ਤੇ ਇੱਥੇ ਲਿਆਂਦਾ ਗਿਆ। ਸਾਰੇ ਜਾਣੇ ਆ ਗਏ ਜੈਤੋ। ਇੱਥੇ ਗੁਰਦੁਆਰਾ ਸਾਹਿਬ ਅੰਦਰ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਆਰੰਭ ਹੋਈ। 101 ਸ੍ਰੀ ਅਖੰਡ ਪਾਠ ਸਾਹਿਬ ਦੀ ਆਰੰਭ ਕੀਤੇ ਗਏ। ਉਹ ਲੜੀ ਆਰੰਭ ਹੋਈ ਤੇ ਇੱਥੇ ਡਿਊਟੀਆਂ ਲਾਈਆਂ ਸਿੰਘਾਂ ਨੇ ਜਿਹੜੇ ਪਾਠ ਕਰਨਾ ਜਾਣਦੇ ਸੀ। ਵਿੱਚੋਂ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਹੋਈਆਂ, ਗੁਰੂ ਕੇ ਲੰਗਰ ਸਜੇ। ਤੇ ਤੀਜੇ ਦਿਨ ਸਮਾਪਤੀ ਤੋਂ ਬਾਅਦ ਵਿੱਚ ਨਾ ਇੱਥੇ ਇੰਨੀ ਜਗ੍ਹਾ ਨਹੀਂ ਸੀ ਹੈਗੀ ਵੀ ਇੰਨਾ ਪ੍ਰਬੰਧ ਨਹੀਂ ਸੀ ਹੈਗਾ ਜਿਹੜਾ ਸੰਗਤ ਦਾ ਹੋ ਸਕੇ। ਤੇ ਜਿਹੜੇ ਜਥਿਆਂ ਵਾਲੇ ਜਥੇਦਾਰ ਸੀ ਉਹਨਾਂ ਸਾਰਿਆਂ ਨੂੰ ਇੱਧਰੋਂ ਤਰਨਤਾਰਨ ਸਾਹਿਬ ਨੂੰ ਘੱਲਦਾ, ਕਿਸੇ ਨੂੰ ਕਿਸੇ ਪਾਸੇ ਨੂੰ ਘੱਲਦਾ ਕਿ ਹੁਣ ਇੱਥੋਂ ਅੱਗਾ ਪਿੱਛੇ ਕਰਕੇ ਕੁਝ ਦਿਨ ਬਤੀਤ ਕਰੋ, ਫਿਰ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਰਪਾਓ ਦੇ ਕੇ ਤੇ ਫਿਰ ਤੋਰਨਾ ਹੈ। ਕਿ ਆਪ ਜੀ ਨੇ ਪੰਥ ਦੀ ਚੜ੍ਹਦੀ ਕਲਾ ਵਾਸਤੇ ਇਹ ਮੋਰਚੇ 'ਚ ਹਿੱਸਾ ਪਾਇਆ ਹੈ ਨਾ, ਤੇ ਸਭ ਨੂੰ ਸਰਪਾਓ ਸ੍ਰੀ ਅਕਾਲ ਤਖਤ ਸਾਹਿਬ ਨੂੰ ਦਿੱਤੇ ਜਾਣੇ ਸਨ। ਤੇ ਮਹਾਂਪੁਰਖਾਂ ਨੂੰ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੂੰ ਵੀ ਇੱਥੋਂ ਜਾਣ ਵਾਸਤੇ ਕਿਹਾ ਗਿਆ ਕਿ ਤੁਸੀਂ ਤਰਨਤਾਰਨ ਸਾਹਿਬ ਨੂੰ ਚਲੇ ਜਾਓ। ਇੱਥੋਂ ਤੱਕ ਦਾ ਪ੍ਰਸੰਗ ਜਿਹੜਾ ਹੈ ਉਹ ਆਪ ਜੀ ਨੇ ਪਹਿਲਾਂ ਸਰਵਣ ਕੀਤਾ ਹੈ। ਹੁਣ ਜੋ ਅਗਲਾ ਮਹਾਂਪੁਰਖਾਂ ਦਾ ਜੀਵਨ ਦਾ ਪ੍ਰਸੰਗ ਜਿਹੜਾ ਆ ਰਿਹਾ ਹੈ, ਆਪਾਂ ਹੁਣ ਆਪਣੇ ਪਿੰਡ ਦੇ ਹੌਲੀ ਹੌਲੀ ਲਾਗੇ ਆ ਜਾਣਾ। ਸੋ ਇੱਥੇ ਜੇਲ੍ਹ ਵਿੱਚ ਨਾਭੇ ਦੇ ਵਿੱਚ ਜਦੋਂ ਰਹੇ ਨਾ ਮਹਾਂਪੁਰਖ, ਕੁਝ ਮਹੀਨੇ ਉੱਥੇ ਰਹੇ ਆ। ਉਹਨਾਂ ਕੁਝ ਮਹੀਨਿਆਂ ਦੇ ਵਿੱਚ ਆਪਣੇ ਨਗਰ ਦੇ ਜਿਹੜੇ ਆਪਣੇ ਨਗਰ ਦੇ ਜਥੇਦਾਰ ਕਰਤਾਰ ਸਿੰਘ ਜੀ ਜਾਂ ਹੋਰ ਆਪਣੇ ਨਗਰ ਦੇ ਵੀ ਜਿਨ੍ਹਾਂ ਦੇ ਨਾਮ ਆਪਾਂ ਨੂੰ ਅਜੇ ਨਹੀਂ ਪਤਾ, ਹੋਰ ਲਾਗੇ ਲਾਗੇ ਪਿੰਡਾਂ ਦੇ ਜਿਹੜੀ ਸੰਗਤ ਸੀ ਨਾ, ਜਿਹੜੇ ਕੋਈ ਮੁਖੀ ਬੰਦੇ ਗਏ ਸੀ, ਜਿਹੜੇ ਉਸ ਵੇਲੇ ਅਕਾਲੀ ਦਲ ਨਾਲ ਸ਼੍ਰੋਮਣੀ ਕਮੇਟੀ ਨਾਲ ਇਹ ਪੰਥਕ ਦਲ ਦੇ ਨਾਲ ਸੰਬੰਧ ਰੱਖਦੇ ਸੀਗੇ, ਉਹਨਾਂ ਦੀ ਮਹਾਂਪੁਰਖਾਂ ਨਾਲ ਵਾਕਫੀ ਹੋ ਗਈ ਹੈ। ਕਿਉਂਕਿ ਉੱਥੇ ਮਹਾਂਪੁਰਖਾਂ ਦੇ ਦਰਸ਼ਨ ਕਰਦੇ ਆ ਤੇ ਮਹਾਂਪੁਰਖਾਂ ਦੇ ਦਰਸ਼ਨ ਕਰਕੇ ਇਹਨਾਂ ਦਾ ਸੁਭਾਅ, ਇਹਨਾਂ ਦੀ ਬੰਦਗੀ ਕਰਨਾ, ਇਹਨਾਂ ਦਾ ਉਪਦੇਸ਼ ਦੇਣਾ, ਕੀਰਤਨ ਸਰਵਣ ਕਰਨਾ, ਉਹ ਸਾਰਾ ਕੁਝ ਜਦੋਂ ਪਤਾ ਲੱਗਿਆ ਨਾ, ਇਹ ਚੰਗਾ ਮਹਾਂਪੁਰਖਾਂ ਦਾ ਸਾਰੇ ਸਤਿਕਾਰ ਕਰਨ ਲੱਗ ਪਏ ਆ। ਇਸੇ ਤਰ੍ਹਾਂ ਸਤਿਕਾਰ ਕਰਦੇ ਆ ਤੇ ਸਤਿਕਾਰ ਕਰਦੇ ਹੀ ਇਹ ਜਥਾ ਜਿਹੜਾ ਇਹ ਤਰਨਤਾਰਨ ਸਾਹਿਬ ਆ ਗਿਆ। ਹੁਣ ਤਰਨਤਾਰਨ ਸਾਹਿਬ ਜੀ ਆ ਗਏ
ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਜਦੋਂ ਇੱਥੇ ਆ ਗਏ ਨਾ, ਤੇ ਇੱਥੇ ਆ ਕਰਕੇ ਮਹਾਂਪੁਰਖਾਂ ਦਾ ਉਤਾਰਾ ਜਿਹੜਾ ਏ, ਪਹਿਲਾਂ ਜਿੱਥੇ ਗੁਰਦੁਆਰਾ ਸਾਹਿਬ ਹੈ ਤਰਨਤਾਰਨ ਸਾਹਿਬ, ਇੱਥੇ ਉਤਾਰਾ ਕੀਤਾ ਗਿਆ ਪਰਿਕਰਮਾ ਦੇ ਵਿੱਚ। ਸੋ ਇਧਰੋਂ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਉਹ ਉਸ ਵੇਲੇ ਗਏ ਸੀਗੇ ਸ੍ਰੀਨਗਰ ਤੇ ਕਸ਼ਮੀਰ ਅੰਮ੍ਰਿਤ ਪ੍ਰਚਾਰ ਵਾਸਤੇ, ਅੰਮ੍ਰਿਤ ਛਕਾਉਣ ਵਾਸਤੇ, ਕੀਰਤਨ ਕਰਨ ਵਾਸਤੇ। ਤੇ ਜਦੋਂ ਇਹ ਮੋਰਚਾ ਫਤਿਹ ਹੋਇਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਹਾਂਪੁਰਖਾਂ ਨੂੰ ਪੰਥਕ ਮੋਰਚੇ ਦੀ ਫਤਿਹਯਾਬੀ ਦੀ ਖਬਰ ਕਰਾਈ ਗਈ ਤੇ ਬੜੇ ਆਦਰ ਸਤਿਕਾਰ ਦੇ ਨਾਲ ਸਿੰਘ ਭੇਜੇ ਆ ਸ਼੍ਰੋਮਣੀ ਕਮੇਟੀ ਵਾਲਿਆਂ ਨੇ। ਤੇ ਕਸ਼ਮੀਰ ਤੋਂ ਜੈਤੋ ਦੀਵਾਨ ਵਿੱਚ ਪੁੱਜਣ ਲਈ ਕਿ ਮਹਾਂਪੁਰਖ ਦੀਵਾਨ ਵਿੱਚ ਆਉਣ ਬਾਬਾ ਅਤਰ ਸਿੰਘ ਸਾਹਿਬ ਜੀ ਮਹਾਨ ਉਸ ਵੇਲੇ ਕਰਨੀ ਵਾਲੇ ਸੰਤ ਸੀ, ਜਿਨ੍ਹਾਂ ਕਰਕੇ ਸ਼੍ਰੋਮਣੀ ਕਮੇਟੀ ਨੇ ਬਾਬਾ ਅਤਰ ਸਿੰਘ ਸਾਹਿਬ ਜੀ ਨੂੰ ਬੁਲਾਇਆ ਉੱਥੇ ਦੀਵਾਨ ਵਿੱਚ। ਤੇ ਸੰਤ ਬਾਬਾ ਅਤਰ ਸਿੰਘ ਜੀ ਨਾਭੇ ਪੁੱਜੇ, ਉੱਥੋਂ ਸੰਗਤਾਂ ਨੇ ਬੜਾ ਉਤਸ਼ਾਹ ਪ੍ਰਗਟ ਕੀਤਾ ਤੇ ਬੜਾ ਸਤਿਕਾਰ ਕੀਤਾ ਮਹਾਂਪੁਰਖਾਂ ਨੂੰ। ਜਿਵੇਂ ਆਪਾਂ ਇੱਥੇ ਹੁਣ ਆਪਾਂ ਨਗਰ ਕੀਰਤਨ ਨਹੀਂ ਜਦੋਂ ਕੱਢਦੇ, ਨਗਰ ਕੀਰਤਨ ਰਮਤਾ ਹੁੰਦੀ ਹੈ, ਕਿੰਨੀ ਸੰਗਤ ਹੁੰਦੀ ਹੈ, ਟਰਾਲੀਆਂ ਟਰੈਕਟਰ ਹੁੰਦੇ ਆ, ਇੱਦਾਂ ਕਰਕੇ ਸੰਗਤਾਂ ਨੇ ਇਕੱਠੀਆਂ ਹੋ ਕਰਕੇ ਮਹਾਂਪੁਰਖਾਂ ਨੂੰ ਬਿਠਾ ਕਰਕੇ ਵਿੱਚ ਟਰਾਲੀਆਂ ਟਰੈਕਟਰ ਭਾਵ ਉਸ ਵੇਲੇ ਤੇ ਗੱਡੀਆਂ ਹੁੰਦੀਆਂ ਸੀ ਨਾ, ਤਾਂ ਇਹਨੂੰ ਗੜਬੈਲ ਕਹਿੰਦੇ ਸੀਗੇ। ਹੁਣ ਟਰੈਕਟਰ ਆ ਨਾ ਨਾਲ ਗੱਡੀਆਂ, ਉਦੋਂ ਇਹ ਟਰੈਕਟਰ ਗੱਡੀਆਂ ਨਹੀਂ ਸੀ, ਉਦੋਂ ਸੀ ਇਕੱਲੇ ਗੱਡੀਆਂ ਹੀ ਹੁੰਦੀਆਂ, ਨਾ ਟਰੈਕਟਰ ਤੇ ਨਾ ਆ ਜਿਹੜੀਆਂ ਹੁਣ ਮੋਟਰ ਗੱਡੀਆਂ ਨਹੀਂ ਸੀ, ਉਦੋਂ ਨਿਰੀਆਂ ਗੱਡੀਆਂ ਸੀਗੀਆਂ। ਬੈਲ ਗੱਡੀਆਂ ਹੋ ਗਈਆਂ, ਘੋੜਿਆਂ ਵਾਲਾ ਰੱਥ ਹੋ ਗਿਆ, ਇਹ ਸੀ। ਤੇ ਉਹ ਗੱਡੀਆਂ ਦੇ ਉੱਤੇ ਹੀ ਉਦੋਂ ਜਦੋਂ ਨਗਰ ਕੀਰਤਨ ਕੱਢਦੇ ਸੀ ਉਹਨੂੰ ਗੜਬੈਲ ਤਾਂ ਕਹਿੰਦੇ ਸੀ, ਗੱਡੀਆਂ ਤੇ ਕੱਢਦੇ ਸੀ। ਇਸ ਤਰ੍ਹਾਂ ਗੱਡੇ ਲੈ ਕਰਕੇ ਮਹਾਂਪੁਰਖਾਂ ਨੂੰ ਸਤਿਕਾਰ ਨਾਲ ਬਿਠਾ ਕਰਕੇ ਸੰਗਤਾਂ ਲੈ ਕੇ ਫੁੱਲਾਂ ਦੀ ਵਰਖਾ ਕਰਦੇ ਆਏ। ਬੜਾ ਸਤਿਕਾਰ ਕੀਤਾ ਮਹਾਂਪੁਰਖਾਂ ਦਾ। ਸੋ ਮਹਾਂਪੁਰਖਾਂ ਨੇ ਪ੍ਰਚਾਰ ਕੀਤਾ, ਸੰਗਤਾਂ ਨੂੰ ਆ ਕਰਕੇ ਤੇ ਇਹ ਕਿਹਾ ਕਿ ਇਹ ਸਤਿਗੁਰਾਂ ਨੇ ਮਿਹਰ ਕੀਤੀ ਹੈ, ਪੰਥ ਦੇ ਵਿੱਚ ਜਿਹੜੀ ਫਤਿਹਯਾਬੀ ਆਈ ਹੈ, ਪੰਥ ਦੀ ਜਿਹੜੀ ਹੈ ਉਹ ਇੱਜ਼ਤ ਲਾਜ ਰਹੀ ਹੈ। ਜੇ ਮੋਰਚਾ ਲਾਇਆ ਸੀ ਤੇ ਫਤਿਹ ਹੋਇਆ ਹੈ। ਤੇ ਦੀਵਾਨ ਦੇ ਵਿੱਚ ਸਾਰਿਆਂ ਨੂੰ ਸੰਬੋਧਨ ਕੀਤਾ, ਸੰਗਤਾਂ ਨੂੰ ਪ੍ਰਚਾਰ ਕੀਤਾ, ਕਥਾ ਕਰਕੇ ਸੁਣਾਈ ਹੈ, ਕੀਰਤਨ ਸੁਣਾਇਆ ਹੈ। ਇਹ ਸਾਰਾ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਨੇ ਆਪ ਅੱਖਾਂ ਨਾਲ ਵੇਖਿਆ ਹੈ। ਇੱਕ ਦੋ ਦੀਵਾਨ ਇੱਦਾਂ ਸੰਤ ਬਾਬਾ ਅਤਰ ਸਿੰਘ ਜੀ ਨੇ ਉੱਥੇ ਕੀਤੇ ਹਨ। ਜੈਤੋ ਸੰਤ ਬਾਬਾ ਗੁਰਬਖਸ਼ ਸਿੰਘ ਜੀ ਨੂੰ ਜਦੋਂ ਤਰਨਤਾਰਨ ਭੇਜ ਦਿੱਤਾ ਗਿਆ ਨਾ, ਤੇ ਪਰਿਕਰਮਾ ਦੇ ਵਿੱਚ ਉਦੋਂ ਬੁੰਗੇ ਹੁੰਦੇ ਸੀ। ਪਰਿਕਰਮਾ ਦੇ ਵਿੱਚ ਜਿਹੜੇ ਤਰਨਤਾਰਨ ਸਾਹਿਬ ਬੁੰਗੇ ਆ ਨਾ, ਉਦੋਂ ਪਰਿਕਰਮਾ ਦੇ ਵਿੱਚ ਹੀ ਬੁੰਗੇ ਸੀਗੇ। ਹੁਣ ਤੇ ਬਾਰ-ਬਾਰ ਆ ਗਏ ਨਾ ਸਾਰੇ ਪਰਿਕਰਮਾ ਤੋਂ। ਉਦੋਂ ਪਰਿਕਰਮਾ ਦੇ ਵਿੱਚ ਹੀ ਹੁਣ ਵੀ ਵੇਖਿਓ ਬਾਬਾ ਨੈਣਾ ਸਿੰਘ ਜੀ ਦਾ, ਅਕਾਲੀ ਬਾਬਾ ਫੂਲਾ ਸਿੰਘ ਜੀ ਦਾ ਬੁੰਗਾ ਵਿੱਚ ਹੀ ਹੈ ਜੀ। ਉਹ ਦੋ ਵਿੱਚ ਹੀ ਰਹਿ ਗਏ ਅਜੇ, ਬਾਬਾ ਨੈਣਾ ਸਿੰਘ ਜੀ ਦਾ ਤੇ ਅਕਾਲੀ ਫੂਲਾ ਸਿੰਘ ਜੀ ਦਾ, ਤੇ ਬਾਕੀ ਜਿਹੜੇ ਬੁੰਗੇ ਸੀ ਉਹ ਬਾਹਰ ਆ। ਤੇ ਇਹ ਨਾਲ ਹੀ ਹੁਣ ਬਾਹਰਲੇ ਬੰਨੇ ਆ, ਪਰਿਕਰਮਾ ਦੇ ਨਾਲ ਹੀ ਬਾਹਰਲੇ ਪਾਸੇ ਨੂੰ ਦੂਜੇ ਬੰਨੇ ਨੂੰ ਦਰਵਾਜ਼ਾ ਏ। ਮੁੱਛਲਾਂ ਵਾਲਿਆਂ ਦਾ ਬੁੰਗਾ ਉੱਥੇ ਹੈ, ਢੂਲਕੇ ਵਾਲਿਆਂ ਦਾ ਬੁੰਗਾ ਉੱਥੇ ਹੈ, ਛੱਜਲ ਵੱਡੀ ਵਾਲਿਆਂ ਦਾ ਉਦੋਂ ਥੋੜਾ ਜਿਹਾ ਗਾਂਹ ਹੈ, ਉਹ ਬਾਹਰਲੇ ਬੰਨੇ ਆ ਗਿਆ ਹੁਣ ਸੜਕੋਂ ਦੂਜੇ ਬੰਨੇ। ਤੇ ਇਹਨਾਂ ਦਾ ਜੇ ਸੜਕੋਂ ਜਿਹੜੇ ਪਰਿਕਰਮਾ ਵਾਲੇ ਬੰਨੇ ਹੀ ਆ, ਉਸ ਪਾਸੇ ਨੂੰ ਪਿੱਛਾ ਹੋਣਾ। ਸੋ ਉਸ ਵੇਲੇ ਜਿਹੜਾ ਪਰਿਕਰਮਾ ਦੇ ਵਿੱਚ ਬੁੰਗੇ ਇੱਥੇ ਉਤਾਰਾ ਕੀਤਾ ਗਿਆ। ਮੁੱਛਾਂ ਵਾਲਿਆਂ ਦਾ ਬੁੰਗਾ ਇਹ 14 ਵਾਲੇ ਦਿਨ ਜਾਂਦੇ ਆ, ਜਾ ਕੇ ਲੰਗਰ ਸਜਾਉਂਦੇ ਆ, ਤੇ ਮੱਸਿਆ ਵਾਲੇ ਦਿਨ ਆ ਜਾਂਦੇ ਆ। ਇਸ ਮੁੱਛੜਾਂ ਦਾ ਇੱਕ ਸਰਦਾਰ ਬਹਾਦਰ ਸਰਦਾਰ ਵਿਸਾਖਾ ਸਿੰਘ ਹੋਇਆ, ਜਿਹੜਾ ਬੜਾ ਅਮੀਰ ਆਦਮੀ ਸੀਗਾ, ਬਹੁਤ ਧਨੀ ਧਨਾੜ ਸੀਗਾ।
ਉਹਦਾ ਮੁੱਛਲਾਂ ਵਿੱਚ ਵੀ ਘਰ ਹੈ, ਇੱਥੇ ਹੁਣ ਵੀ ਹੈਗੀ ਉਹਦੀ ਜਾਇਦਾਦ। ਪਰਿਵਾਰ ਉਹਨਾਂ ਦਾ ਅਜੇ ਦਿੱਲੀ ਹੈ। ਉਹ ਮੁੱਛਲਾਂ ਵਿੱਚ ਵੀ ਉਹਨਾਂ ਦਾ ਘਰ ਸੀ ਤੇ ਉਹ ਦਿੱਲੀ ਵਿੱਚ ਵੀ ਉਸ ਵੇਲੇ ਰਹਿੰਦੇ ਸਨ, ਕਿਉਂਕਿ ਅਮੀਰ ਸਨ। ਉਹ ਦਿੱਲੀ ਵਿੱਚ ਰਹਿੰਦੇ ਸੀਗੇ ਤੇ ਉਹ ਚਲੇ ਜਾਂਦੇ ਸੀ ਸ਼ਿਮਲੇ ਗਰਮੀਆਂ ਦੇ ਵਿੱਚ। ਇਹ ਸਰਦਾਰ ਬਹਾਦਰ ਸਰਦਾਰ ਵਿਸਾਖਾ ਸਿੰਘ ਉਹ ਹੈ, ਜਦੋਂ ਬਾਬਾ ਅਤਰ ਸਿੰਘ ਜੀ ਨੂੰ ਲੈਣ ਵਾਸਤੇ ਗਏ ਆ ਨਾ, ਤੇ ਬਾਬਾ ਜੀ ਨੇ ਉੱਥੇ ਕਥਾ ਕੀਤੀ ਹੈ, ਤੇ ਉਹ ਜਿਹੜੇ 3 ਬੰਦੇ ਨਾਲ ਗਏ ਸੀ ਉਹਨਾਂ ਵਿੱਚ ਇਹ ਸਰਦਾਰ ਵਿਸਾਖਾ ਸਿੰਘ ਵੀ ਸੀ, ਜਿਹਨੇ ਬਾਬਾ ਅਤਰ ਸਿੰਘ ਸਾਹਿਬ ਜੀ ਨੂੰ ਪ੍ਰੇਮ ਕਰਦਿਆਂ ਬਾਬੇ ਗੁਰਬਖਸ਼ ਸਿੰਘ ਜੀ ਨਾਲ ਵੇਖਿਆ, ਜਿਹਨੇ ਆਪ ਆਪਣੇ ਅੱਖੀਂ ਵੇਖਿਆ ਤੇ ਕੰਨੀ ਕਥਾ ਸੁਣੀ ਮਹਾਂਪੁਰਖਾਂ ਦੀ, ਤੇ ਸ਼ਿਮਲੇ ਜਾ ਕੇ ਫਿਰ ਦੱਸਿਆ ਵੀ ਇਹ ਤੇ ਮਹਾਂਪੁਰਖ ਬੜੇ ਤਗੜੇ ਆ, ਤਗੜੀ ਕਮਾਈ ਵਾਲੇ ਆ। ਉਹ ਸਰਦਾਰ ਵਿਸਾਖਾ ਸਿੰਘ ਜਿਹੜਾ ਨਾ, ਉਹਨੇ ਉੱਥੇ ਤਰਨਤਾਰਨ ਬੁੰਗਾ ਵੀ ਬਣਵਾਇਆ ਸੀ। ਉਸ ਸਮੇਂ ਅਮੀਰ ਸੀ, ਅਮੀਰ ਪਿੰਡ ਦੇ ਜਿਹੜੇ ਬੰਦੇ ਸੀ ਉਹ ਗਾੜੀ ਲਾ ਕੇ ਕੰਮ ਕਰਦੇ ਆ। ਉਹ ਵਿਸਾਖਾ ਸਿੰਘ ਜਿਹੜਾ, ਉਹਨੇ ਉੱਥੇ ਬੁੰਗਾ ਬਣਾਇਆ ਤਰਨਤਾਰਨ ਸਾਹਿਬ। ਉੱਥੇ ਬੁੰਗੇ ਦੇ ਵਿੱਚ ਉਤਾਰਾ ਕੀਤਾ ਗਿਆ ਮਹਾਂਪੁਰਖਾਂ ਦਾ। ਸੋ ਪਰਿਕਰਮਾ ਦੇ ਵਿੱਚ ਬੁੰਗਿਆਂ ਦੇ ਵਿੱਚ ਉਤਾਰਾ ਕੀਤਾ ਗਿਆ, ਪਰ ਜਿੱਥੇ ਰੇਲਵੇ ਸਟੇਸ਼ਨ ਹੈ ਨਾ ਤਰਨਤਾਰਨ ਦਾ, ਉਹਦੇ ਲਾਗੇ ਸਰਦਾਰ ਬਹਾਦਰ ਸਰਦਾਰ ਵਿਸਾਖਾ ਸਿੰਘ ਦੀ ਕੋਠੀ ਸੀ ਇੱਕ। ਅਮੀਰਾਂ ਆਦਮੀਆਂ ਦੀ ਸਾਰਿਆਂ ਸ਼ਹਿਰਾਂ 'ਚ ਕੋਠੀਆਂ ਹੁੰਦੀਆਂ, ਇੱਥੇ ਮਰਜ਼ੀ ਖਰੀਦ ਲੈਂਦੇ ਆ। ਉੱਥੇ ਵੀ ਇਹਦੀ ਇੱਕ ਕੋਠੀ ਸੀ ਤਰਨਤਾਰਨ ਦੇ ਵਿੱਚ, ਜਿਹਦੇ ਵਿੱਚ ਸੰਤ ਬਾਬਾ ਗੁਰਬਖਸ਼ ਸਿੰਘ ਜੀ ਨੂੰ ਸਰਦਾਰ ਵਿਸਾਖਾ ਸਿੰਘ ਜੀ ਨੇ ਉਤਾਰਾ ਕਰਵਾਤਾ ਵੀ ਮੇਰੀ ਕੋਠੀ ਵਿੱਲੀ ਉੱਥੇ ਚਲੇ ਜਾਓ। ਇਸ ਕੋਠੀ ਵਿੱਚ ਲੈਣ ਤਾ ਸੰਤ ਬਾਬਾ ਗੁਰਬਖਸ਼ ਸਿੰਘ ਜੀ ਨੂੰ, ਉਹ ਤੋਂ ਬੁੰਗੇ 'ਚੋਂ ਲੈਣ ਤਾ, ਬੁੰਗੇ 'ਚੋਂ ਲਿਆ ਕੇ ਕੋਠੀ ਦੇ ਵਿੱਚ ਉਤਾਰਾ ਕਰ ਦਿੱਤਾ। ਤੇ ਦੂਜੇ ਦਿਨ ਸੰਤ ਬਾਬਾ ਅਤਰ ਸਿੰਘ ਜੀ ਵੀ ਉੱਥੋਂ ਆ ਗਏ ਜੈਤੋ ਤੋਂ, ਉਹ ਵੀ ਤਰਨਤਾਰਨ ਸਾਹਿਬ ਆ ਗਏ ਜਥੇ ਦੇ ਨਾਲ, ਆਪਣਾ ਜਥਾ ਲੈ ਕੇ ਨਾਲ। ਤੇ ਇਹਨਾਂ ਵੀ ਆ ਕੇ ਪਹਿਲਾਂ ਪਰਿਕਰਮਾ ਦੇ ਵਿੱਚ ਹੀ ਦੀਵਾਨ ਲਾਇਆ ਹੈ। ਤੇ ਜਦੋਂ ਦੀਵਾਨ ਦੀ ਸਮਾਪਤੀ ਹੋਈ ਹੈ ਨਾ, ਤੇ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਨੂੰ ਵੀ ਸਰਦਾਰ ਵਿਸਾਖਾ ਸਿੰਘ ਜੀ ਦੀ ਕੋਠੀ ਵਿੱਚ ਲਿਆ ਕੇ ਇੱਥੇ ਰਿਹਾਇਸ਼ ਕਰਾਤੀ ਵੀ ਤੁਸੀਂ ਵੀ ਇੱਥੇ ਰਹੋ। ਸੋ ਸ੍ਰੀ ਤਰਨਤਾਰਨ ਸਾਹਿਬ ਸਰਦਾਰ ਬਹਾਦਰ ਸਰਦਾਰ ਵਿਸਾਖਾ ਸਿੰਘ ਦੀ ਕੋਠੀ ਵਿੱਚ ਟਿਕੇ ਹੋਇਆਂ ਕੁਝ ਦਿਨ ਇੱਥੇ ਬਤੀਤ ਕੀਤੇ ਹਨ। ਤੇ ਸੰਤ ਬਾਬਾ ਗੁਰਬਖਸ਼ ਸਿੰਘ ਜੀ ਕਹਿੰਦੇ ਜਦੋਂ ਕੋਠੀ ਵਿੱਚ ਰਹਿੰਦੇ ਸੀ ਨਾ, ਉੱਥੇ ਇੱਕ ਹੋਰ ਮਹਾਂਪੁਰਖ ਸੰਤ ਜਿਹੜਾ ਜ਼ਿਲ੍ਹੇ ਹੁਸ਼ਿਆਰਪੁਰ ਦੇ ਵਿੱਚ ਪਿੰਡ ਹੈ ਜੈਨ ਪਿੰਡ ਪੈਂਦਾ ਹੈ ਹੁਸ਼ਿਆਰਪੁਰ ਦੇ ਵਿੱਚ ਜ਼ਿਲ੍ਹੇ ਵਿੱਚ। ਜੈਨ ਪਿੰਡ ਦਾ ਇੱਥੋਂ ਦਾ ਇੱਕ ਵਸਨੀਕ ਸੀ, ਉਹ ਬੜਾ ਗੁਰੂ ਪਿਆਰਾ ਸੀਗਾ। ਉਹਦਾ ਨਾਂ ਸੀ ਸੰਤ ਹਰਨਾਮ ਸਿੰਘ। ਬੜਾ ਸ਼ਾਂਤ ਬਿਰਤੀ ਵਾਲਾ ਹੈ, ਭਜਨ ਬੰਦਗੀ ਵਾਲਾ ਹੈ, ਬੜੀ ਕਮਾਈ ਵਾਲਾ ਹੈ ਤੇ ਮਸ਼ਹੂਰ ਸੀਗਾ। ਲੁਪਿਆ ਛੁਪਿਆ ਨਹੀਂ ਵੀ ਸਾਰੇ ਮਸ਼ਹੂਰ ਸੀਗਾ ਵੀ ਸੰਤ ਹਰਨਾਮ ਸਿੰਘ ਜੈਨ ਪਿੰਡ ਵਾਲੇ ਮਸ਼ਹੂਰ ਸੀਗੇ ਤੇ ਕਮਾਈ ਵਾਲੇ ਸੀ, ਬੰਦਗੀ ਵਾਲੇ ਸੀਗੇ, ਰੱਬ ਦੇ ਬੜੇ ਪ੍ਰੇਮੀ ਸੀਗੇ, ਸਿਮਰਨ ਭਜਨ ਵਾਲੇ ਸੀਗੇ। ਪਰ ਉਹਨਾਂ ਕਦੇ ਪਹਿਲਾਂ ਸੰਤ ਬਾਬਾ ਅਤਰ ਸਿੰਘ ਜੀ ਨੂੰ ਨਹੀਂ ਵੇਖਿਆ, ਕਦੇ ਦਰਸ਼ਨ ਨਹੀਂ ਸੀ ਕੀਤੇ, ਨਾਮ ਜ਼ਰੂਰ ਸੁਣਿਆ ਸੀਗਾ। ਤੇ ਉਹ ਜਦੋਂ ਉਹ ਗਏ ਸੀ ਚੌਥੇ ਜਥੇ ਦੇ ਵਿੱਚ, ਜਦੋਂ ਚੌਥਾ ਜਥਾ ਗਿਆ ਸੀ ਨਾ ਸ਼ਹੀਦੀ ਜਥਾ, ਉਹਦੇ ਵਿੱਚ ਗਏ ਸੀਗੇ। ਹੁਣ ਉਹ ਵੀ ਇੱਥੇ ਆ ਗਏ ਤਰਨਤਾਰਨ ਸਾਹਿਬ ਹੀ ਜੈਤੋ ਤੋਂ, ਤੇ ਉਹਨਾਂ ਦੇ ਮਨ ਵਿੱਚ ਹੋਇਆ ਕਿ ਹੁਣ ਇੱਥੇ ਸੰਤ ਬਾਬਾ ਅਤਰ ਸਿੰਘ ਜੀ ਆਏ ਆ ਤੇ ਇਹਨਾਂ ਦੇ ਦਰਸ਼ਨ ਨੇੜੇ ਹੋ ਕੇ ਕਰ ਲਈਏ। ਪਹਿਲਾਂ ਦਰਸ਼ਨ ਕਦੀ ਕੀਤੇ ਨਹੀਂ, ਹੁਣ ਪਤਾ ਲੱਗਾ ਵੀ ਉਹ ਸਰਦਾਰ ਵਿਸਾਖਾ ਸਿੰਘ ਦੀ ਕੋਠੀ ਵਿੱਚ ਆ। ਉਹਨਾਂ ਸੋਚਿਆ ਵੀ ਇਹਨਾਂ ਦੇ ਦਰਸ਼ਨ ਕਰ ਲਈਏ ਤੇ ਉਹ ਕੋਠੀ ਵਿੱਚ ਦਰਸ਼ਨ ਕਰਨ ਨੂੰ ਆ ਗਏ। ਉਸ ਵੇਲੇ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਪਲੰਘੇ ਦੇ ਉੱਤੇ ਚੌਂਕੜਾ ਲਾ ਕੇ ਬੈਠੇ ਹੋਏ ਸਨ ਤੇ ਮਹਾਂਪੁਰਖਾਂ ਦੇ ਸਾਹਮਣੇ ਪਲੰਘੇ ਤੋਂ ਥੱਲੇ ਸੰਗਤਾਂ ਜਿਹੜੀਆਂ ਉਹ ਦਰੀਆਂ ਤੇ ਬੈਠੀਆਂ ਹੋਈਆਂ ਸਨ। ਸੰਤ ਬਾਬਾ ਗੁਰਬਖਸ਼ ਸਿੰਘ ਜੀ ਮਹਾਂਪੁਰਖ ਵੀ ਥੱਲੇ ਬੈਠੇ ਹੋਏ ਸੀ ਸੰਗਤਾਂ ਦੇ ਵਿੱਚ। ਤੇ ਸੰਤ ਬਾਬਾ ਹਰਨਾਮ ਸਿੰਘ ਜੀ ਜਿਹੜੇ ਆ ਨਾ ਜੈਨ ਪਿੰਡ ਵਾਲੇ ਹੁਸ਼ਿਆਰਪੁਰ ਵਾਲੇ, ਇਹ ਸਾਹਮਣੇ ਆਏ ਤੇ ਦਰਸ਼ਨ ਕਰਦਿਆਂ ਸਾਰੀ
ਇਹਨਾਂ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਨੂੰ ਫਤਿਹ ਗਜਾਈ ਹੈ ਤੇ ਇਉਂ ਆਖਦਿਆਂ ਹੋਇਆ ਜੱਫੀ ਪਾ ਲਈ। ਸੰਤ ਬਾਬਾ ਅਤਰ ਸਿੰਘ ਜੀ ਨਾ ਪਲੰਘੇ ਤੇ ਬੈਠੇ ਹੋਏ ਸੀ, ਇਹਨਾਂ ਆ ਕੇ ਫਤਿਹ ਗਜਾ ਕੇ ਤੇ ਉਹਨਾਂ ਨੂੰ ਜੱਫੀ ਪਾ ਲਈ ਤੇ ਗੁਰਬਾਣੀ ਦੀਆਂ ਪੰਕਤੀਆਂ ਪੜੀਆਂ। ਆਵੋ ਭੈਣੇ ਗਲ ਮਿਲਹਿ ਅੰਕ ਸਹੇਲੜੀਆ, ਮਿਲ ਮਿਲ ਕਰੇ ਕਹਾਣੀਆਂ, ਸਮਰੰਥ ਕੰਤ ਕੀਆਂ। ਜਦੋਂ ਇਹ ਪੰਕਤੀਆਂ ਪੜੀਆਂ ਨਾ ਕਿ ਆਪਾਂ ਇੱਕੇ ਪਰਮੇਸ਼ਰ ਦੇ ਪਿਆਰੇ ਆ, ਇੱਕੋ ਅਕਾਲ ਪੁਰਖ ਨੂੰ ਮੰਨਣ ਵਾਲੇ, ਉਹਦੀ ਬੰਦਗੀ ਕਰਨ ਵਾਲੇ ਆ, ਤੇ ਇੱਕ ਦੂਜੇ ਨੂੰ ਜੱਫੀ ਪਾ ਲਈਏ। ਬਾਬਾ ਅਤਰ ਸਿੰਘ ਜੀ ਪਲੰਘੇ ਦੇ ਉੱਤੇ ਬੈਠੇ ਆ ਤੇ ਇਹਨਾਂ ਖਲੋਤਿਆਂ ਨੇ ਜੱਫੀ ਪਾ ਲਈ ਹੈ। ਤੇ ਸੰਤ ਬਾਬਾ ਅਤਰ ਸਿੰਘ ਜੀ ਤੇ ਬਾਬਾ ਹਰਨਾਮ ਸਿੰਘ ਜੀ ਇਹਨਾਂ ਨੇ ਐਸੀ ਉਹ ਜੱਫੀ ਪਾਈ ਹੈ ਇਹਨਾਂ ਨੂੰ ਬਾਕੀ ਚੇਤਾ ਹੀ ਭੁੱਲ ਗਿਆ ਸੰਗਤਾਂ ਦਾ। ਦੋਵੇਂ ਇੱਕ ਦੂਜੇ ਨੂੰ ਜੱਫੀ ਪਾ ਕੇ ਜਿਵੇਂ ਮਸਤ ਹੋ ਗਏ, ਚੇਤਾ ਹੀ ਭੁੱਲ ਗਿਆ। ਇੰਨਾ ਪ੍ਰੇਮ ਆਉਣ ਲੱਗ ਪਿਆ, ਇੰਨਾ ਪ੍ਰੇਮ ਇੱਕ ਦੂਜੇ ਦੇ ਨਾਲ। ਕਿੰਨਾ ਸਮਾਂ ਲੰਘ ਗਿਆ, ਸਾਰੀ ਸੰਗਤ ਵੇਖੀ ਜਾਵੇ ਮਹਾਂਪੁਰਖਾਂ ਵੱਲ ਵੀ ਇੱਕ ਦੂਜੇ ਨੂੰ ਚਾਰ ਚਫੇਰੇ ਸ਼ਾਂਤ ਹੀ ਸ਼ਾਂਤ, ਸਾਰੇ ਸ਼ਾਂਤੀ ਵਰਤ ਗਈ, ਕੋਈ ਬੋਲਦਾ ਨਹੀਂ, ਕੇਵਲ ਵੇਖੀ ਜਾਂਦੇ ਇਹਨਾਂ ਵੱਲ। ਤੇ ਇੰਨਾ ਸਮਾਂ ਹੋ ਗਿਆ, ਅੱਧਾ ਘੰਟਾ ਲੰਘ ਗਿਆ, 30 ਮਿੰਟ ਲੰਘ ਗਏ ਤੇ ਅਜੇ ਇੱਕ ਦੂਜੇ ਨੂੰ ਜੱਫੀ ਪਾਈ ਹੈ ਤੇ ਸਿਮਰਨ ਕਰੀ ਜਾਂਦੇ ਦੋਵੇਂ, ਬਾਬਾ ਅਤਰ ਸਿੰਘ ਜੀ ਵੀ ਤੇ ਬਾਬਾ ਹਰਨਾਮ ਸਿੰਘ ਜੀ ਵੀ ਇੱਕ ਦੂਜੇ ਨੂੰ ਜੱਫੀ ਪਾ ਕੇ ਵਾਹਿਗੁਰੂ 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 ਕਰੀ ਜਾਂਦੇ। ਜੱਫੀ ਇੱਕ ਦੂਜੇ ਨੂੰ ਪਾਈ ਹੈ ਕਿਉਂਕਿ ਪਹਿਲਾਂ ਹੀ ਪੰਕਤੀਆਂ ਸੁਣਾਤੀਆਂ ਨਾ ਆਉਂਦਿਆਂ ਹੀ। ਆਵੋ ਭੈਣੇ ਗਲ ਮਿਲਹਿ ਅੰਕ ਸਹੇਲੜੀਆ, ਮਿਲ ਕਰ ਕਰੇ ਕਹਾਣੀਆਂ, ਸਮਰਥ ਕੰਤ ਕੀਆ। ਇੰਨਾ ਪ੍ਰੇਮ ਆਇਆ, ਅੱਧਾ ਘੰਟਾ ਲੰਘ ਗਿਆ, ਕੋਈ ਨਹੀਂ ਬੋਲਦਾ। ਤੇ ਸੰਤ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਥੱਲਿਓਂ ਉੱਠ ਕੇ ਨਾ ਤੇ ਖਲੋ ਗਏ ਤੇ ਦੋਵਾਂ ਦੀ ਜਿਹੜੀ ਜੱਫੀ ਪਾਈ ਹੋਈ ਸੀ ਨਾ ਉਹਨੂੰ ਖੋਲ ਦਿੱਤਾ, ਦੋਵਾਂ ਦੀ ਜੱਫੀ ਨੂੰ ਖੋਲ ਦਿੱਤਾ ਕਿ ਮਹਾਂਪੁਰਖੋ ਕਿਰਪਾ ਕਰੋ ਬੈਠੋ। ਬਾਬਾ ਹਰਨਾਮ ਸਿੰਘ ਜੀ ਨੂੰ ਆਖਿਆ ਤੇ ਸੰਤ ਬਾਬਾ ਅਤਰ ਸਿੰਘ ਜੀ ਕਹਿਣ ਲੱਗੇ, ਸੰਤ ਬਾਬਾ ਹਰਨਾਮ ਸਿੰਘ ਜੀ ਕਹਿੰਦੇ ਸਾਡੇ ਪਲੰਘੇ ਤੇ ਬਹਿ ਜਾਓ। ਤੇ ਬਾਬਾ ਹਰਨਾਮ ਸਿੰਘ ਜੀ ਕਹਿੰਦੇ ਨਹੀਂ, ਅਸੀਂ ਥੱਲੇ ਬਹਿਣਾ ਵਾ। ਉਹ ਕਹਿੰਦੇ ਨਹੀਂ, ਸਾਡੇ ਪਲੰਘੇ ਤੇ ਸਾਡੇ ਲਾਗੇ ਹੀ ਬਹੋ। ਤੇ ਬਾਬਾ ਹਰਨਾਮ ਸਿੰਘ ਜੀ ਨੇ ਕਿਹਾ, ਉਹਨਾਂ ਦਾ ਗਲ ਭਰ ਆਇਆ, ਕੰਠ ਭਰ ਗਿਆ ਤੇ ਭਰੇ ਹੋਏ ਗਲ ਦੇ ਨਾਲ ਕਹਿਣ ਲੱਗੇ, ਕਹਿੰਦੇ ਮੈਨੂੰ ਆਪਣੀ 25-30 ਸਾਲ ਦੀ ਜਿਹੜੀ ਸਿਮਰਨ ਭਗਤੀ ਜਪ ਤਪ ਕੀਤਾ ਨਾ, ਉਹਦਾ ਮੈਨੂੰ ਨਿਤਨੇਮ ਕੀਤੇ ਦਾ ਅੱਜ ਫਲ ਮਿਲ ਗਿਆ ਹੈ। ਰਸ ਸਵਾਦ ਇੰਨਾ ਮਾਣਿਆ ਆਪ ਜੀ ਦੇ ਗਲ ਲੱਗ ਕੇ। ਬਾਬਾ ਅਤਰ ਸਿੰਘ ਜੀ ਨੂੰ ਕਹਿਣ ਲੱਗੇ, ਅੰਦੇ ਆਪ ਜੀ ਦੇ ਗਲ ਲੱਗ ਕੇ ਮੈਂ ਇੰਨਾ ਆਨੰਦ ਸਵਾਦ ਮਾਣਿਆ, ਜਿਹੜੀ 25-30 ਸਾਲ ਮੈਂ ਜੋ ਜਪ ਤਪ ਕੀਤਾ, ਨਿਤਨੇਮ ਕੀਤਾ, ਜਿੰਨੀ ਬੰਦਗੀ ਕੀਤੀ ਹੈ, ਮੈਨੂੰ ਅੱਜ ਉਹ ਫਲ ਮਿਲ ਗਿਆ ਹੈ। ਸੋ ਬਾਬਾ ਹਰਨਾਮ ਸਿੰਘ ਜੀ ਜਿਹੜੇ ਆ ਨਾ, ਉਹ ਸੰਤ ਬਾਬਾ ਅਤਰ ਸਿੰਘ ਜੀ ਦੇ ਚਰਨਾਂ ਉੱਤੇ ਸਿਰ ਰੱਖਣ ਨੂੰ ਝੁਕਾ ਰਹੇ ਆ, ਪਰ ਬਾਬਾ ਅਤਰ ਸਿੰਘ ਜੀ ਨੇ ਗਾੜੀਆਂ ਬਾਂਹ ਨਾਲ ਫੜ ਲਿਆ, ਕਹਿਣ ਲੱਗੇ ਨਹੀਂ ਮੰਜੇ ਉੱਤਰ ਬੈਠੋ। ਪਰ ਬਾਬਾ ਹਰਨਾਮ ਸਿੰਘ ਜੀ ਇਦਾਂ ਨਹੀਂ ਕੀਤਾ, ਥੱਲੇ ਬੈਠ ਕੇ ਭੁੰਜੇ ਜਿੱਥੇ ਸੰਗਤ ਬੈਠੀ ਹੈ, ਜਿੱਥੇ ਬਾਬਾ ਗੁਰਬਖਸ਼ ਸਿੰਘ ਜੀ ਬੈਠੇ ਸੀ ਨਾ, ਉੱਥੇ ਬੈਠ ਗਏ ਤੇ ਬੈਠੇ ਲੰਮੇ ਚਿਰ ਤੱਕ ਉਸ ਅਕਾਲ ਪੁਰਖ ਵਾਹਿਗੁਰੂ ਦੇ ਘਰ ਦੇ ਬਚਨ ਕਰਦੇ ਰਹੇ, ਬੰਦਗੀ ਦੀਆਂ ਗੱਲਾਂ ਕਰਦੇ ਰਹੇ, ਉਸ ਅਕਾਲ ਪੁਰਖ ਦੀਆਂ ਗੱਲਾਂ ਕਰਦਿਆਂ ਲੰਮਾ ਸਮਾਂ ਉੱਥੇ ਬਤੀਤ ਕੀਤਾ ਸੰਗਤ ਦੇ ਵਿੱਚ। ਸੋ ਇਦਾਂ ਉਹ ਸਰਦਾਰ ਵਿਸਾਖਾ ਸਿੰਘ ਜਿਹੜੇ ਮੁੱਛੜਾਂ ਦੇ ਸੀ ਨਾ, ਉਹਨਾਂ ਦੀ ਉਹ ਕੋਠੀ ਜਿਹੜੀ ਤਰਨਤਾਰਨ, ਉਹਦੇ ਵਿੱਚ ਰਹਿ ਕੇ ਕੁਝ ਦਿਨ ਬਤੀਤ ਕੀਤੇ। ਫਿਰ ਸ੍ਰੀ ਤਰਨਤਾਰਨ ਸਾਹਿਬ ਤੋਂ ਥੋੜੇ ਦਿਨ ਹੋਰ ਨਿਵਾਸ ਤੋਂ ਪਿੱਛੋਂ ਸੰਤ ਬਾਬਾ ਅਤਰ ਸਿੰਘ ਸਾਹਿਬ ਜੀ ਅੰਮ੍ਰਿਤਸਰ ਨੂੰ ਚਲੇ ਗਏ। ਇੱਦਾਂ ਹੀ ਸ਼੍ਰੋਮਣੀ ਕਮੇਟੀ ਦੇ ਪ੍ਰੋਗਰਾਮ ਵਿੱਚ ਸੰਤ ਬਾਬਾ ਗੁਰਬਖਸ਼ ਸਿੰਘ ਜੀ ਦੇ ਸ਼ਹੀਦੀ ਜਥੇ ਤਾਈਂ ਵੀ ਅੰਮ੍ਰਿਤਸਰ ਲਿਆਂਦਾ ਗਿਆ। ਇੱਥੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਸਭ ਨੂੰ ਸਿਰਪਾਓ ਦੇ ਕੇ ਵਿਦਾ ਕੀਤਾ ਗਿਆ।
ਸੰਤ ਬਾਬਾ ਅਤਰ ਸਿੰਘ ਜੀ ਨੂੰ ਬੜੇ ਸਨਮਾਨ ਦੇ ਨਾਲ ਸਤਿਕਾਰਿਆ ਗਿਆ ਤੇ ਉਹਨਾਂ ਨੇ ਇੱਥੋਂ ਜਦੋਂ ਸਿਰਪਾਓ ਦਿੱਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਫਿਰ ਪੋਠਵਾਰ ਨੂੰ ਚਾਲਾ ਮਾਰਤਾ। ਉਹਨਾਂ ਪੋਠਵਾਰ ਵੱਲ ਚਾਲਾ ਮਾਰ ਦਿੱਤਾ ਤੇ ਸੰਤ ਬਾਬਾ ਗੁਰਬਖਸ਼ ਸਿੰਘ ਜੀ ਦਾ ਜਿਹੜਾ ਜਥਾ ਸੀ ਨਾ, ਇਹਨਾਂ ਨੂੰ ਤੇ ਸਿੰਘਾਂ ਨੂੰ ਜਦੋਂ ਸਿਰਪਾਓ ਮਿਲਣ ਲੱਗੇ, ਇਹ ਵੀ ਸਾਰੇ ਆਪੋ ਆਪਣੇ ਇਲਾਕਿਆਂ ਨੂੰ ਤੁਰਨ ਲੱਗੇ ਹਨ। ਜਿਸ ਵੇਲੇ ਜਥੇ ਨਾਲੋਂ ਵਿਦਾ ਹੋਣ ਲੱਗੇ ਨਾ, ਜਿਹੜੇ ਮਾਝੇ ਦੇ ਆਪਣੇ ਇਲਾਕੇ ਦੇ ਆਪਣੇ ਨਗਰਾਂ ਦੇ ਸਿੰਘ ਸੀ ਨਾ ਮਾਝੇ ਦੇ, ਕਿਉਂਕਿ ਮਹਾਂਪੁਰਖ ਦੁਆਬਿਓਂ ਆਏ ਆ ਨਾ ਜਲੰਧਰੋਂ, ਤੇ ਹੁਣ ਜਲੰਧਰ ਦੇ ਇਲਾਕੇ ਦੀ ਵੀ ਸੰਗਤ ਨਾਲ ਸੀ ਨਾ। ਜਿਹੜੇ ਆਪਣੇ ਮਾਝੇ ਦੇ ਮਹਾਂਪੁਰਖਾਂ ਦੇ ਨਾਲ ਉੱਥੇ ਰਹੇ ਨਾ, ਸੰਗਤ ਕਰਦੇ ਰਹੇ, ਉਹਨਾਂ ਨੇ ਬੜਾ ਹੱਠ ਕੀਤਾ। ਜਿੱਦਾਂ ਆਪਣੇ ਨਗਰ ਦੇ ਸੀ ਵਿੱਚ ਮੁੱਛੜਾਂ ਦੇ ਜਾਂ ਜਿਹੜੇ ਹੋਰ ਸੀ ਨਾ ਲਾਗੇ ਪਿੰਡਾਂ ਦੇ, ਉਹਨਾਂ ਨੇ ਹੱਠ ਕੀਤਾ ਸੰਤ ਬਾਬਾ ਗੁਰਬਖਸ਼ ਸਿੰਘ ਜੀ ਦੇ ਨਾਲ ਕਿ ਮਹਾਂਪੁਰਖੋ ਸੰਤ ਜੀ ਸਾਡੇ ਨਾਲ ਚੱਲੋ। ਬੜਾ ਹੱਠ ਕੀਤਾ ਵੀ ਸਾਡੇ ਪਿੰਡਾਂ 'ਚ ਵੀ ਚੱਲੋ, ਆਓ ਪ੍ਰਚਾਰ ਕਰੋ, ਦੀਵਾਨ ਲਾਓ, ਮਹਾਂਪੁਰਖੋ ਸਾਡੇ ਨਗਰਾਂ ਵਿੱਚ ਵੀ ਚਰਨ ਪਾਓ, ਜਾ ਕੇ ਦੀਵਾਨ ਲਾਓ, ਨਾਲੇ ਅੰਮ੍ਰਿਤ ਛਕਾਓ ਸੰਗਤਾਂ ਨੂੰ। ਤੁਸੀਂ ਪ੍ਰਭੂ ਦੇ ਅਕਾਲ ਪੁਰਖ ਦੇ ਪਿਆਰੇ ਹੋ, ਆ ਕਰਕੇ ਸੰਗਤਾਂ ਨੂੰ ਤਾਰੋ, ਗੁਰੂ ਵਾਲੇ ਬਣਾਓ, ਸਿਮਰਨ ਭਗਤੀ 'ਚ ਲਾਓ। ਜਦੋਂ ਇਹ ਗੱਲ ਕਹੀ ਤੇ ਉਧਰੋਂ ਦੁਆਬੇ ਵਾਲਿਆਂ ਨੇ ਜ਼ੋਰ ਪਾ ਦਿੱਤਾ ਵੀ ਕਿਤੇ ਮਾਝੇ ਵਾਲੇ ਨਾ ਮਹਾਂਪੁਰਖਾਂ ਨੂੰ ਰੱਖ ਲੈਣ। ਤੇ ਮਾਝੇ ਵਾਲੇ ਇਹ ਹੱਠ ਕਰਕੇ ਬੈਠੇ ਤੇ ਜਿਹੜੇ ਦੁਆਬੇ ਵਾਲੇ ਉਹਨਾਂ ਬਹੁਤਾ ਜ਼ਿਆਦਾ ਮਹਾਂਪੁਰਖਾਂ ਨੂੰ ਕਹਿਣ ਲੱਗੇ, ਮਹਾਂਪੁਰਖੋ ਨਹੀਂ ਇੱਦਾਂ ਨਾ ਕਰਿਓ, ਸਾਡੇ ਇਲਾਕੇ 'ਚੋਂ ਆਏ ਉੱਥੇ ਚੱਲੋ, ਸਾਡਾ ਨਹੀਂ ਤੁਹਾਡੇ ਤੋਂ ਬਗੈਰ ਜੀ ਲੱਗਣਾ, ਅਸੀਂ ਤੁਹਾਨੂੰ ਛੱਡ ਕੇ ਨਹੀਂ ਜਾ ਸਕਦੇ। ਉਹ ਤਰਲਿਆਂ ਤੇ ਆ ਗਏ ਵਿਚਾਰੇ ਕਿ ਮਹਾਂਪੁਰਖੋ ਇੱਦਾਂ ਨਾ ਕਰਿਓ, ਕਿ ਅਸੀਂ ਇਕੱਲੇ ਜਾਂਦੇ ਚੰਗੇ ਨਹੀਂ ਲੱਗਦੇ, ਹੁਣ ਇੱਦਾਂ ਨਾ ਕਰੋ, ਚੱਲੋ। ਮਹਾਂਪੁਰਖਾਂ ਨਾਲ ਜ਼ਿਆਦਾ ਹੀ ਉਹਨਾਂ ਨੇ ਪਿਆਰ ਕਰ ਲਿਆ ਤੇ ਮਹਾਂਪੁਰਖਾਂ ਨੂੰ ਖਿੱਚ ਉਹਨਾਂ ਦੀ ਜ਼ਿਆਦੀ ਹੋ ਗਈ ਉਸ ਵੇਲੇ, ਕਿਉਂਕਿ ਆਪਣੇ ਤੇ ਥੋੜਾ ਬਹੁਤਾ ਨਾਲ ਮਿਲੇ ਸੀ ਨਾ, ਤੇ ਉਹ ਤੇ ਨਾਲ ਹੀ ਰਹਿੰਦੇ ਆ। ਉਹ ਖਿੱਚ ਜ਼ਿਆਦੀ ਕਰ ਗਏ, ਜਿਹਦਾ ਕਰਕੇ ਉਸ ਸਿੱਖ ਸੰਗਤ ਦੀ ਖਿੱਚ ਦਾ ਅਸਰ ਐਸਾ ਹੋਇਆ ਸੰਤ ਜੀ ਨੂੰ ਫਿਰ ਉਹਨਾਂ ਦੇ ਬਚਨ ਮੰਨਣੇ ਪਏ ਤੇ ਮਹਾਂਪੁਰਖ ਫਿਰ ਵਾਪਸ ਉਸੇ ਪਿੰਡ ਘੜਿਆਲ ਜਲੰਧਰ ਚਲੇ ਗਏ। ਉਹ ਸੰਗਤ ਲੈ ਗਈ ਬਦੋ ਬਦੀ ਮਹਾਂਪੁਰਖਾਂ ਨੂੰ। ਆਪਣੇ ਇੱਧਰ ਦੇ ਸਾਰੇ ਕਹਿੰਦੇ ਸੀਗੇ ਮਹਾਂਪੁਰਖੋ ਆਓ, ਇਹ ਗੱਲ 1924 ਦੀ ਹੈ, 1924 ਦੀ ਗੱਲ ਹੈ, ਅੱਜ 2001 ਹੈ, ਇਹ 1924 ਦੀ ਗੱਲ ਹੈ। ਇੱਥੇ ਆਪਾਂ ਨੂੰ ਇਹ ਵੀ ਪਤਾ ਲੱਗ ਜਾਊ ਵੀ ਮਹਾਂਪੁਰਖ ਆਪਣੇ ਪਿੰਡ ਕਿੰਨੀ ਸੰਨ ਵਿੱਚ ਆਏ ਤੇ ਆਪਣਾ ਜਿਹੜਾ ਜੋੜ ਮੇਲਾ ਇਹਨੂੰ ਕਿੰਨਾ ਚਿਰ ਹੋਇਆ ਲੱਗਦੇ ਨੂੰ। ਇੱਦਾਂ ਨਹੀਂ ਨਾ ਪਤਾ, ਆਪਾਂ ਕਹਿ ਦਿੰਦੇ ਆ ਵੀ ਮਹਾਂਪੁਰਖਾਂ ਦੀ ਚਲਾਈ ਹੋਈ ਮਰਿਆਦਾ ਤੇ ਚੱਲਦੇ ਆ ਰਹੇ ਆ, ਪਰ ਕਿੰਨੇ ਸਾਲਾਂ ਤੋਂ ਚੱਲਦੇ ਆ ਇਹ ਨਹੀਂ ਅਜੇ ਆਪਾਂ ਨੂੰ ਪਤਾ। ਇਹ ਹੁਣ 1924 ਹੋ ਗਈ ਏ। 1924 ਦੇ ਵਿੱਚ ਜੈਤੋ ਦੇ ਮੋਰਚੇ ਦੇ ਵਿੱਚੋਂ ਫਤਿਹ ਦੀ ਕਾਮਯਾਬੀ ਤੋਂ ਬਾਅਦ ਵਿੱਚ ਮਹਾਂਪੁਰਖ ਤਰਨਤਾਰਨ ਸਾਹਿਬ ਤੇ ਸ੍ਰੀ ਅੰਮ੍ਰਿਤਸਰ ਸਾਹਿਬ ਅਕਾਲ ਤਖਤ ਸਾਹਿਬ ਤੋਂ ਸਰੋਪਾ ਲੈ ਕੇ ਆਪਣੇ ਨਗਰ ਲਾਗੇ ਦੇ ਨਗਰਾਂ ਵਾਲੇ ਸਿੰਘ ਜਿਹੜੇ ਸੀਗੇ ਉਹ ਮਹਾਂਪੁਰਖਾਂ ਨੂੰ ਜ਼ੋਰ ਲਾਉਂਦੇ ਰਹੇ ਵੀ ਮਹਾਂਪੁਰਖੋ ਆਓ ਸਾਡੇ ਨਗਰ ਵਿੱਚ ਵੀ। ਪਰ ਜਲੰਧਰ ਵਾਲਿਆਂ ਨੇ ਜ਼ਿਆਦਾ ਜ਼ੋਰ ਪਾ ਕੇ ਮਹਾਂਪੁਰਖਾਂ ਨੂੰ ਘੜਿਆਲ ਆਪਣੇ ਪਿੰਡ ਲੈ ਗਏ। ਹੁਣ ਮਹਾਂਪੁਰਖ ਘੜਿਆਲ ਚਲੇ ਗਏ। ਉੱਥੇ ਇਲਾਕੇ ਦੇ ਜਦੋਂ ਸੰਗਤਾਂ ਨੂੰ ਪਤਾ ਲੱਗਾ ਤੇ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਜਿਹੜੀ ਹੈ ਉਹ ਫੈਲ ਗਈ ਸਾਰੇ। ਸੰਤ ਬਾਬਾ ਗੁਰਬਖਸ਼ ਸਿੰਘ ਜੀ ਦਾ ਪਿਆਰ ਹੀ ਇੰਨਾ ਸੀ ਸੰਗਤਾਂ ਦੇ ਦਿਲਾਂ ਦੇ ਵਿੱਚ ਭਰਿਆ ਹੋਇਆ। ਇਹ ਸੰਤ ਜੀ ਦੇ ਉੱਚੇ ਸੁੱਚੇ ਆਚਰਣ, ਗੁਰਮੁਖਤਾ ਭਰੇ ਮਿੱਠੇ ਬੋਲੜੇ ਸੁਭਾਅ ਦਾ ਹੀ ਫਲ ਸੀਗਾ ਕਿ ਮਹਾਂਪੁਰਖ ਮਿੱਠਾ ਬੋਲਦੇ ਸੀ, ਜਪੀ ਤਪੀ ਬੰਦਗੀ ਵਾਲੇ ਸੀਗੇ। ਇੰਨਾ ਉਹਨਾਂ ਦਾ ਸੰਗਤਾਂ ਦੇ ਨਾਲ ਪਿਆਰ ਸੀ ਦਿਲਾਂ ਦੇ ਅੰਦਰ ਕਿ ਸੰਗਤਾਂ ਨੇ ਬੜੇ ਚਿਰਾਂ ਪਿਛੋਂ ਮਹਾਂਪੁਰਖ ਘੜਿਆਲ ਆਏ ਪਿੰਡ ਵਿੱਚ ਤੇ ਪੇਂਡੂ ਸੰਗਤਾਂ ਨੇ ਵਹੀਰਾਂ ਪਾ ਦਿੱਤੀਆਂ। ਕੋਈ ਇਧਰੋਂ ਸੰਗਤਾਂ ਦਰਸ਼ਨ ਕਰਨ ਆਉਂਦੀਆਂ, ਕੋਈ ਉਧਰੋਂ ਆਉਂਦੀਆਂ ਤੇ ਸ਼ਬਦ ਕੀਰਤਨ ਦੀਵਾਨ ਸਜਾਏ। ਜਦੋਂ ਮਹਾਂਪੁਰਖ ਗਏ ਨਾ ਘੜਿਆਲ ਤੇ ਸੰਗਤਾਂ ਨੇ ਫੁੱਲਾਂ ਦੀ ਵਰਖਾ ਕੀਤੀ ਹੈ। ਇਹਨੇ ਕਹਿੰਦੇ ਵੀ ਫੁੱਲਾਂ ਦੀ ਵਰਖਾ ਕੀਤੀ ਹੈ ਕਿ ਫੁੱਲਾਂ ਨਾਲ ਹੀ ਲੱਦ ਦਿੱਤਾ ਹੈ, ਆਲਾ ਦੁਆਲਾ ਫੁੱਲਾਂ ਨਾਲ ਹੀ ਭਰਤਾ। ਇਹਨੇ ਫੁੱਲ ਲੈ ਕੇ ਆਏ ਸੰਗਤਾਂ ਖੁਸ਼ੀ ਦੇ ਵਿੱਚ ਲਾਗੋ ਦੀਆਂ। ਸੋ ਫਿਰ ਨੇੜੇ ਦੇ ਪਿੰਡਾਂ ਦੀਆਂ ਸੰਗਤਾਂ ਪ੍ਰੇਮ ਭਰੇ ਬਚਨਾਂ ਨਾਲ ਬੇਨਤੀਆਂ ਕਰਦੀਆਂ, ਕਹਿੰਦੀਆਂ ਮਹਾਂਪੁਰਖੋ ਬੜਾ ਲੰਮਾ ਸਮਾਂ ਹੋ ਗਿਆ, ਅਜੇ ਤੇ ਕੁਝ ਮਹੀਨੇ ਹੀ ਹੋਏ ਸੀ, ਮਹਾਂਪੁਰਖੋ ਇੰਨਾ ਚਿਰ ਲਾਏ, ਆਓ ਨਗਰਾਂ ਵਿੱਚ ਨਾਲੇ ਦੀਵਾਨ ਸਜਾਓ ਨਾਲੇ ਅੰਮ੍ਰਿਤ ਸੰਚਾਰ ਕਰੋ।
ਤੇ ਕਦੀ ਕੋਈ ਆਪਣੇ ਪਿੰਡ ਦਾ ਦੀਵਾਨ ਰੱਖ ਲੈਂਦਾ, ਲਾਗੇ ਲਾਗੇ ਦੇ ਪਿੰਡ ਕੋਈ ਆਪਣੇ ਪਿੰਡ ਦਾ ਦੀਵਾਨ ਰੱਖ ਲੈਂਦਾ। ਪਿੰਡ ਕੰਧੋਲਾ, ਮਾਣਕੋ, ਘੜਿਆਲ, ਲਾਗੇ ਲਾਗੇ ਦੇ ਜਿੰਨੇ ਪਿੰਡ ਸੀ ਨਾ, ਸੋ ਇਹਨਾਂ ਨੇ ਆਪੋ ਆਪਣੇ ਨਗਰਾਂ ਵਿੱਚ ਮਹਾਂਪੁਰਖਾਂ ਨੂੰ ਖੜ ਕੇ ਫੁੱਲਾਂ ਦੀਆਂ ਵਰਖਾ ਕਰ ਕਰ ਸਵਾਗਤ ਕੀਤਾ। ਸਭ ਨੇ ਆਪੋ ਆਪਣੇ ਨਗਰਾਂ ਦੇ ਵਿੱਚ ਦੀਵਾਨ ਸਜਾਏ ਤੇ ਉਪਰੰਤ ਇੱਥੇ ਅੰਮ੍ਰਿਤ ਸੰਚਾਰ ਹੁੰਦਾ ਰਿਹਾ। ਤੇ ਥੋੜ੍ਹੇ ਮਹੀਨੇ ਇੱਦਾਂ ਮਹਾਂਪੁਰਖਾਂ ਨੇ ਇੱਥੇ ਪ੍ਰਚਾਰ ਕੀਤਾ, ਸੰਗਤਾਂ ਨੂੰ ਗੁਰੂ ਲੜ ਲਾਇਆ, ਅੰਮ੍ਰਿਤ ਛਕਾਇਆ। ਤੇ ਫਿਰ ਇਹਦੋਂ ਬਾਅਦ 'ਚ ਫਿਰ ਗਰਮੀ ਆ ਗਈ, ਗਰਮੀ ਦੀ ਰੁੱਤ ਆ ਗਈ ਤੇ ਸ਼ਿਮਲੇ ਨਿਵਾਸੀ ਜਿਹੜੇ ਪ੍ਰੇਮੀ ਸੀ ਉਹ ਮਹਾਂਪੁਰਖਾਂ ਨੂੰ ਆ ਕੇ, ਅੱਗੇ ਤਾਂ ਮਹਾਂਪੁਰਖ ਗਏ ਸੀ ਨਾ ਆਪ, ਹੁਣ ਸ਼ਿਮਲੇ ਵਾਲੇ ਪਹਿਲਾਂ ਆਪ ਹੀ ਲੈਣ ਆ ਗਏ ਵੀ ਮਹਾਂਪੁਰਖੋ ਗਰਮੀਆਂ ਆ ਗਈਆਂ, ਸ਼ਿਮਲੇ ਆ ਜਾਓ। ਆਪ ਜੀ ਦੇ ਸਰੀਰ ਨੂੰ ਉਹ ਤਿੜਕਣ ਜੀ ਹੋ ਜਾਂਦੀ ਹੈ ਨਾ, ਹੁਣ ਸ਼ਿਮਲੇ ਵਾਲੇ ਆਪ ਲੈਣ ਆ ਗਏ ਆ। ਸ਼ਿਮਲੇ ਵਾਲਿਆਂ ਨੇ ਇਹ ਸਰਦਾਰ ਵਿਸਾਖਾ ਸਿੰਘ ਜਾਂ ਹੋਰ ਜਿਹੜੇ ਉਧਰ ਦੇ ਸੀਗੇ ਉਹ ਸਾਰੇ ਆਪ ਇਕੱਠੇ ਹੋ ਕੇ ਆ ਗਏ ਲੈਣ ਮਹਾਂਪੁਰਖਾਂ ਨੂੰ। ਤੇ ਆ ਕੇ ਘੜਿਆਲ ਤੋਂ ਉਹ ਮਹਾਂਪੁਰਖਾਂ ਨੂੰ ਸ਼ਿਮਲੇ ਲੈ ਗਏ, ਕਿਉਂਕਿ ਹਿੰਦੁਸਤਾਨ ਅਜੇ ਉਦੋਂ ਅੰਗਰੇਜ਼ਾਂ ਦੇ ਕੋਲ ਸੀਗਾ। ਉਸ ਸਮੇਂ 47 'ਚ ਹੀ ਹੋਇਆ ਨਾ ਆਜ਼ਾਦ, ਇਹ 24 ਦੀ ਗੱਲ ਹੈ। ਸੋ ਉਹ ਗਰਮੀਆਂ ਦੇ ਦਿਨਾਂ ਦੇ ਵਿੱਚ ਵਾਇਸਰਾਏ ਦਾ ਜਿਹੜਾ ਦਫ਼ਤਰ ਤੇ ਪੰਜਾਬ ਸਰਕਾਰ ਦਾ ਦਫ਼ਤਰ, ਸੈਂਟਰ ਸਰਕਾਰ ਦਾ ਦਫ਼ਤਰ ਤੇ ਪੰਜਾਬ ਸਰਕਾਰ ਦਾ ਦਫ਼ਤਰ, ਇਹ ਜਦੋਂ ਗਰਮੀਆਂ ਆਉਂਦੀਆਂ ਸੀ ਨਾ ਤਾਂ ਉਹ ਸ਼ਿਮਲੇ ਲੈ ਜਾਂਦੇ ਸੀਗੇ। ਉਹਨਾਂ ਵਿੱਚ ਸਿੱਖ ਅਫਸਰ ਜਿਹੜੇ ਸੀ ਨਾ, ਸਿੱਖ ਮੁਲਾਜ਼ਮਾਂ ਨੂੰ ਵੀ ਨਾਲ ਹੀ ਜਾਣਾ ਪੈਂਦਾ ਸੀਗਾ, ਜਿਹਦੇ ਕਰਕੇ ਸ਼ਿਮਲੇ ਦੇ ਵਿੱਚ ਕਈ ਮਹੀਨੇ ਜਿਹੜੀ ਗਰਮੀਆਂ 'ਚ ਰੌਣਕ ਬਣੀ ਰਹਿੰਦੀ ਸ਼ਿਮਲੇ ਵਿੱਚ। ਜਦੋਂ ਅਫਸਰਾਂ ਜਾਣਾ ਉਦੋਂ ਸਿੱਖ ਅਫਸਰ ਵੀ ਨਾਲ ਜਾਂਦੇ ਸੀਗੇ ਤੇ ਸਿੱਖ ਅਫਸਰਾਂ ਦੇ ਨਾਲ ਮੁਲਾਜ਼ਮ ਵੀ ਜਾਂਦੇ ਸਿੱਖ, ਤੇ ਸ਼ਿਮਲੇ ਵਿੱਚ ਰੌਣਕ ਬਣੀ ਰਹਿੰਦੀ ਹੈ। ਤੇ ਜਿਹੜਾ ਸ਼ਿਮਲੇ ਗੁਰਦੁਆਰਾ ਸਾਹਿਬ ਹੈ ਨਾ, ਨਾਭਾ ਹਾਊਸ ਸਿੰਘ ਸਭਾ ਗੁਰਦੁਆਰਾ, ਉਹ ਗੁਰਦੁਆਰਾ ਸਾਹਿਬ ਅੱਗੋਂ ਪਿੱਛੋਂ ਤੇ ਸੰਗਤਾਂ ਘਟ ਜਾਂਦੀਆਂ, ਪਰ ਜਦੋਂ ਹੁੰਦੀ ਨਾ ਗਰਮੀ ਇਧਰੋਂ ਸੰਗਤਾਂ ਸਿੱਖ ਸੰਗਤਾਂ ਜਾਂਦੀਆਂ ਤੇ ਉਹ ਗੁਰਦੁਆਰਾ ਸਾਹਿਬ ਵੀ ਰੌਣਕ ਬਣੀ ਰਹਿੰਦੀ ਸੰਗਤਾਂ ਦੀ। ਸੰਗਤਾਂ ਜਾਂਦੀਆਂ ਆਉਂਦੀਆਂ ਰਹਿੰਦੀਆਂ, ਸਵੇਰੇ ਸ਼ਾਮਾਂ ਨੂੰ ਦੀਵਾਨ ਸਜਦੇ। ਹੁਣ ਬਾਬਾ ਗੁਰਬਖਸ਼ ਸਿੰਘ ਸਾਹਿਬ ਜੀ ਜਦੋਂ ਚਲੇ ਜਾਣ ਲੱਗੇ ਤੇ ਫਿਰ ਤੇ ਦੀਵਾਨ ਰੋਜ਼ ਹੀ ਸਜਦੇ ਉੱਥੇ, ਰੋਜ਼ ਦੀਵਾਨ ਸਵੇਰੇ ਸ਼ਾਮਾਂ ਨੂੰ ਸੱਜਣੇ, ਕਥਾ ਹੋਣੀ, ਕੀਰਤਨ ਹੋਣਾ ਤੇ ਗੁਰਦੁਆਰੇ ਸਾਹਿਬ ਬੇਅੰਤ ਸੰਗਤਾਂ ਦੀ ਰੌਣਕ ਬਣ ਜਾਣੀ ਉੱਥੇ। ਇੱਦਾਂ ਜਿਹੜੀਆਂ ਗਰਮੀਆਂ ਫਿਰ ਉੱਥੇ ਬਤੀਤ ਕੀਤੀਆਂ ਤੇ ਸੰਗਤਾਂ ਦੇ ਪ੍ਰੇਮ ਦੀ ਖਿੱਚ ਜਿਹੜੀ ਹੈ ਉਹਦਾ ਕਰਕੇ ਮਹਾਂਪੁਰਖ ਸ਼ਿਮਲੇ ਤੋਂ ਫਿਰ ਵਾਪਸ ਘੜਿਆਲ ਆ ਗਏ। ਘੜਿਆਲ ਪਿੰਡ ਜਲੰਧਰ ਦੇ ਵਿੱਚ, ਇਹ ਤੋਂ ਫਿਰ ਘੜਿਆਲ ਆ ਗਏ ਤੇ ਘੜਿਆਲ ਆ ਕੇ ਫਿਰ ਰਹਿਣ ਲੱਗ ਪਏ। ਕਈ ਵਾਰੀ ਸੰਗਤਾਂ ਦੀ ਪ੍ਰੇਮ ਵਿੱਚ ਖਿੱਚੇ ਹੋਏ ਫੇਰ ਚਲੇ ਜਾਂਦੇ ਆ ਮਹਾਂਪੁਰਖ ਸ਼ਿਮਲੇ ਤੇ ਫਿਰ ਮਗਰੋਂ ਇੱਥੇ ਘੜਿਆਲ ਆ ਜਾਂਦੇ ਆ। ਇਹਦਾ ਸ਼ਿਮਲੇ ਤੇ ਘੜਿਆਲ ਮਹਾਂਪੁਰਖਾਂ ਦਾ ਆਉਣ ਜਾਣ ਜਿਹੜਾ ਬਣਿਆ ਹੈ, ਅੱਗੋਂ ਪਿੱਛੋਂ ਵੀ ਅੱਗੇ ਤੇ ਜਾਂਦੇ ਨਾ ਗਰਮੀਆਂ 'ਚ। ਹੁਣ ਜਦੋਂ ਕਿਸੇ ਨੂੰ ਕੋਈ ਲੋੜ ਹੁੰਦੀ ਹੈ, ਕੋਈ ਵੀ ਪ੍ਰੇਮੀ ਨੂੰ ਜ਼ਰੂਰਤ ਹੈ, ਉਹਨੇ ਕਥਾ ਕੀਰਤਨ ਕਰਾਉਣਾ, ਦੀਵਾਨ ਸਜਾਉਣਾ, ਤਾਂ ਚੇਚਾ ਲੈਣ ਆ ਜਾਂਦਾ ਸੀ ਮਹਾਂਪੁਰਖਾਂ ਨੂੰ ਕਿ ਮਹਾਂਪੁਰਖ ਆਓ, ਸਾਡੇ ਘਰ ਅਖੰਡ ਪਾਠ ਸਾਹਿਬ ਜੀ ਆਰੰਭ ਹੋਣੇ ਆ ਤੇ ਆਇਓ, ਤੁਸੀਂ ਕਥਾ ਕੀਰਤਨ ਕਰਨਾ ਹੈ। ਇੰਨਾ ਆਨੰਦ ਹੀ ਸੀ ਮਹਾਂਪੁਰਖਾਂ ਦੇ ਕੀਰਤਨ ਤੇ ਕਥਾ ਵਿੱਚ, ਬੜਾ ਆਨੰਦ ਸੀਗਾ। ਜਿਹੜਾ ਸੁਣਦਾ ਸੀ ਉਹ ਮਹਾਂਪੁਰਖਾਂ ਦਾ ਹੀ ਹੋ ਜਾਂਦਾ ਸੀਗਾ। ਸੋ ਐਸਾ ਮਹਾਂਪੁਰਖਾਂ ਦਾ ਮਿੱਠਾ ਸੁਭਾਅ ਤੇ ਪ੍ਰਚਾਰ ਵੀ ਬੜਾ ਰਸੀਲਾ। ਕਥਾ ਪ੍ਰਚਾਰ ਜਿਹੜਾ ਨਾ ਉਹ ਬਹੁਤ ਹੀ ਰਸੀਲਾ ਕਰਦੇ, ਬੜਾ ਮਿੱਠਾ ਕਰਦੇ ਸੀਗੇ। ਆਵਾਜ਼ ਮਿੱਠੀ ਸੀ ਤੇ ਬੇਸ਼ੁਮਾਰ ਮਹਾਂਪੁਰਖਾਂ ਨੂੰ ਜਿਹੜੀਆਂ ਕਹਾਣੀਆਂ ਯਾਦ ਸੀਗੀਆਂ। ਮਹਾਂਪੁਰਖਾਂ ਨੂੰ ਬੜੀਆਂ, ਜਿਹੜਾ ਕਵੀ ਭਾਈ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਲਿਖਿਆ, ਉਹਦੀਆਂ ਸਾਖੀਆਂ ਬੇਅੰਤ ਯਾਦ ਸੀਗੀਆਂ। ਚਲੋ ਗੁਰਬਾਣੀ ਤੇ ਮਹਾਂਪੁਰਖਾਂ ਨੇ 125 ਪਾਠ ਸਹਿਜ ਪਾਠ ਕੀਤੇ ਸੀ ਨਾ, ਪਰ ਜਿਹੜਾ ਸੂਰਜ ਪ੍ਰਕਾਸ਼ ਹੈ ਨਾ, ਉਹਦੀਆਂ ਸਾਖੀਆਂ ਤੇ ਇੱਕ ਵਾਰੀ ਪੜ੍ਹੀਆਂ ਨਾ, ਪਰ ਉਹ ਵੀ ਮਹਾਂਪੁਰਖਾਂ ਨੂੰ ਕਹਿੰਦੇ ਇੰਨੀਆਂ ਯਾਦ ਸੀ ਵੀ ਬੇਅੰਤ ਯਾਦ। ਸੋ ਜਿਨ੍ਹਾਂ ਨੇ ਇਹ ਸੁਣੀਆਂ ਨਾ ਮਹਾਂਪੁਰਖਾਂ ਦੇ ਕੋਲੋਂ, ਉਹਨਾਂ ਕਵੀ ਨੂੰ ਲਿਖਾਈਆਂ ਕਿ ਮਹਾਂਪੁਰਖ ਬੇਅੰਤ ਸਾਖੀਆਂ ਸੂਰਜ ਪ੍ਰਕਾਸ਼ ਦੀਆਂ ਮੂੰਹ ਜ਼ਬਾਨੀ ਸੁਣਾ ਦਿਆ ਕਰਦੇ ਸਨ। ਇੰਨੀਆਂ ਯਾਦ ਸਨ ਜਿੰਨੀਆਂ ਹੋਰ ਕਿਸੇ ਕਥਾਵਾਚਕ ਜਾਂ ਕੀਰਤਨੀਏ ਨੂੰ ਉਸ ਸਮੇਂ ਨਹੀਂ ਯਾਦ,
ਜਿੰਨੀਆਂ ਮਹਾਂਪੁਰਖਾਂ ਨੂੰ ਯਾਦ ਸਨ। ਇਹਨਾਂ ਅਭਿਆਸ ਸੀ ਮਹਾਂਪੁਰਖਾਂ ਦਾ ਕਿ ਸੂਰਜ ਪ੍ਰਕਾਸ਼ ਦੀਆਂ ਕਵਿਤਾ ਵਿੱਚ ਲਿਖੀਆਂ ਸਾਖੀਆਂ ਇੰਨੀਆਂ ਵਧੇਰੇ ਕੰਠ ਅਗਰ ਹੋ ਜਾਣ ਤੇ ਇਹਨਾਂ ਵਿੱਚ ਖਾਸ ਰੱਬੀ ਬਰਕਤ ਹੀ ਸੀ ਉਹਨਾਂ ਵਿੱਚ, ਨਹੀਂ ਤੇ ਇੰਨੀਆਂ ਕਿਸੇ ਨੂੰ ਯਾਦ ਨਹੀਂ ਹੁੰਦੀਆਂ। ਦਾਸ ਨੇ ਨਾਨਕ ਪ੍ਰਕਾਸ਼ ਗ੍ਰੰਥ ਤੋਂ ਲੈ ਕੇ 14 ਪੋਥੀਆਂ ਨਾ, ਉਹ ਸਾਰੀਆਂ ਦੀ ਮੈਂ ਕਥਾ ਕੀਤੀ ਹੈ ਸਪੀਕਰ ਦੇ ਵਿੱਚ। ਨਗਰ ਮਾਲੋਵਾਲ ਵਿੱਚ ਮੈਂ ਸਾਰੀ ਟੋਟਲ ਪਹਿਲੇ ਗ੍ਰੰਥ ਜਿਹੜਾ ਉਹਦੇ ਵਿੱਚ ਤੇ ਕੇਵਲ ਲਿਖਿਆ ਹੈ ਨਾ ਜੀਵਨੀ ਕਵੀ ਜੀ ਦਾ, ਤੇ ਦੂਜੇ ਗ੍ਰੰਥ ਦੇ ਵਿੱਚੋਂ ਪਹਿਲਾਂ ਮੰਗਲ ਸ਼ੁਰੂ ਹੁੰਦੇ ਆ, ਅੱਧ ਵਿੱਚ ਜਾ ਕੇ ਜਿਹੜੀ ਉਹ ਕਥਾ ਸ਼ੁਰੂ ਹੁੰਦੀ ਹੈ ਮੋਰ ਮਨੋਰਥ ਭਇਓ ਜਹਾਜੂ ਤੋਂ ਸ਼ੁਰੂ ਹੁੰਦੀ ਹੈ, ਵਿੱਚ ਕਰਤਾਰਪੁਰੇ ਜਗਰਾਈ, ਉਥੋਂ ਆਰੰਭਤਾ ਹੁੰਦੀ ਕਥਾ ਦੀ। ਤੇ 14 ਪੋਥੀਆਂ ਦੀ ਕਥਾ ਕੀਤੀ ਹੈ। ਪਰ ਜੇ ਉਹਦੇ ਵਿੱਚੋਂ ਖਾਸ ਹੀ ਯਾਦ ਆ, ਸਾਰੀਆਂ ਯਾਦ ਨਹੀਂ ਰਹਿੰਦੀਆਂ। ਜਾਂ ਜਦੋਂ ਕਿਤੇ ਕਥਾ ਕਰਨ ਲੱਗੀਏ ਨਾ ਉਦੋਂ ਯਾਦ ਆਉਂਦੀਆਂ ਵਾ, ਤੇ ਜਾਂ ਉਹ ਵੇਖਣੀਆਂ ਪੈਂਦੀਆਂ ਵਾ, ਉਹ ਸਮਝਣੀਆਂ ਪੈਂਦੀਆਂ। ਪਰ ਮਹਾਂਪੁਰਖਾਂ ਨੂੰ ਮੂੰਹ ਜ਼ਬਾਨੀ ਯਾਦ ਸੀ। ਅਜੇ ਕਥਾ ਉਹਨਾਂ ਨੇ 20 ਸਾਲ ਦੀ ਉਮਰ ਤੱਕ ਹੀ ਸਾਰੀ ਸਿੱਖੀ ਹੈ, ਪਰ ਉਹਨਾਂ ਨੂੰ ਉਹ ਸਾਰੇ ਗ੍ਰੰਥ ਜਿਹੜੇ ਆ ਉਹ ਯਾਦ ਸੀਗੇ। ਜਿੱਥੇ ਵੀ ਕੀਰਤਨ ਕਰਦੇ ਸੀ ਨਾ, ਉੱਥੇ ਉਹ ਜਿਹੜੀ ਮਰਜ਼ੀ ਸਾਖੀ ਹੋਵੇ ਉਹ ਰਮਤਾ ਕਰ ਲੈਂਦੇ ਤੇ ਉਹੀ ਸੰਪੂਰਨ ਕਰ ਦਿੰਦੇ ਸੀਗੇ। ਜਿਸ ਗੱਲ ਤੋਂ ਸਾਰੇ ਬਹੁਤ ਹੈਰਾਨ ਸਨ ਵੀ ਮਹਾਂਪੁਰਖਾਂ ਦੀ ਇੰਨੀ ਯਾਦ ਹੈ ਵੀ ਜਿਹੜੇ ਵੀ ਗ੍ਰੰਥ ਵਿੱਚੋਂ ਕੋਈ ਵੀ ਸਾਖੀ ਕਿਤੇ ਢੁਕਦੀ ਹੋਵੇ ਉਸੇ ਵੇਲੇ ਸੁਣਾ ਦਿੰਦੇ ਆ। ਇਹਨੂੰ ਸੁਣ ਕੇ ਤੇ ਸੰਗਤਾਂ ਜਿਹੜੀਆਂ ਉਹ ਧੰਨ ਧੰਨ ਕਰਦੀਆਂ ਸੀ ਮਹਾਂਪੁਰਖਾਂ ਦੇ। ਇੱਦਾਂ ਮਹਾਂਪੁਰਖ ਕਦੀ ਸ਼ਿਮਲੇ ਤੇ ਕਦੀ ਘੜਿਆਲ, ਫਿਰ ਸ਼ਿਮਲੇ ਕਦੀ ਘੜਿਆਲ। ਇਹ 1924 ਦੀ ਗੱਲ ਹੈ। 24 ਤੋਂ 25 ਤੱਕ ਜਿਹੜਾ ਇੱਕ ਸਾਲ ਹੈ ਨਾ, ਇਹ ਮਹਾਂਪੁਰਖ ਦਾ ਜਾਂਦੇ ਆਉਂਦੇ ਰਹੇ। ਇਹਦੋਂ ਅੱਗੇ ਹੁਣ ਗਾੜੀ ਕਿਵੇਂ ਮੁੱਛਣਾ ਚਾਹਣਗੇ ਇਹ ਆਪ ਜੀ ਕੱਲ੍ਹ ਨੂੰ ਸਰਵਣ ਕਰੋਗੇ। ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਸਤਿਗੁਰੂ ਕਿਰਪਾ ਕਰਨ, ਹੋਈਆਂ ਭੁੱਲਾਂ ਗਲਤੀਆਂ ਦੀ ਮਾਫੀ ਬਖਸ਼ਣ, ਅਗਾਂਹ ਵਾਸਤੇ ਸਮੱਤ ਬਖਸ਼ਣ। ਲੋਕ ਸੁਖੀਏ ਪ੍ਰਲੋਕ ਸੁਹੇਲੇ, ਨਾਨਕ ਹਰਿ ਪ੍ਰਭ ਆਪੇ ਮੇਲੇ ਦੀ ਦਾਤ ਬਖਸ਼ਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।